ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਸਭਾ ਬਿਖੇ ਸੋਢੀ ਜੋ ਆਹੈ ਸੋ ਕਰ ਜੋਰ ਬੇਨਤੀ ਕਹੈ हमको बख्शो रिस निर्वारा तब श्री मुख तो तिन्ह उचारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਥਾਏ ਕੁਝ ਲੋਕ ਅੰਮ੍ਰਿਤ ਛਕਾਉਣ ਨੂੰ ਲੈ ਕੇ ਜਾਂ ਕੇਸ ਦਾੜੇ ਰਖਾਉਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਤੇ ਸਤਿਗੁਰਾਂ ਨੇ ਉਹਨਾਂ ਦੇ ਪਰਥਾਏ ਕੁਝ ਐਸੇ ਬਚਨ ਕਹੇ ਤੇ ਜਿਹੜੇ ਬ੍ਰਾਹਮਣ ਸਨ, ਜਿਹੜੇ ਕਹਿੰਦੇ ਸਨ ਗੁਰੂ ਜਿਹੜਾ ਹੈ ਜਨੇਊ ਨਹੀਂ ਪਹਿਨਦਾ, ਇਸ ਕਰਕੇ ਇਹਨਾਂ ਦਾ ਦਾਨ ਲੈਣਾ ਠੀਕ ਨਹੀਂ, ਸਾਡੇ ਲਈ ਅਸੀਂ ਨਹੀਂ ਲੈਣਾ। ਤੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਕਿਹਾ ਬਈ ਅੱਜ ਤੋਂ ਬਾਅਦ ਇਹਨਾਂ ਨੇ ਸਾਨੂੰ ਤਿਆਗਿਆ ਤੇ ਅਸੀਂ ਇਹਨਾਂ ਨੂੰ ਤਿਆਗਿਆ। ਤਾਂ ਉਸ ਵੇਲੇ ਗੁਰੂ ਪਿਆਰਿਓ ਉਹਨਾਂ ਵਿੱਚ ਸਾਰਸਵਤ ਨਾਮ ਦਾ ਇੱਕ ਪੰਡਿਤ ਬੈਠਾ ਹੈ। ਉਹ ਉੱਠ ਕੇ ਬੇਨਤੀ ਕਰਦਾ, ਮਹਾਰਾਜ ਅਸੀਂ ਤਾਂ ਤੁਹਾਡੇ ਸਿੱਖਾਂ ਦੇ ਵਿੱਚ ਮਿਲ ਕੇ ਰਹਿਣ ਵਾਲੇ ਹਾਂ, ਸਾਨੂੰ ਮਾਫ਼ ਕਰ ਦਿਓ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਚਲੋ ਤੁਹਾਨੂੰ ਮਾਫ਼ ਕੀਤਾ। ਉਸ ਤੋਂ ਬਾਅਦ ਸੋਢੀਆਂ ਨੇ ਬੇਨਤੀ ਕੀਤੀ, ਕੁਝ ਸੋਢੀ ਗੁਰੂ ਕੇ ਨਾਲ ਵੀ ਹਨ ਜੋ ਕੀਰਤਪੁਰ ਸਾਹਿਬ ਰਹਿਣ ਵਾਲੇ ਹੈ, ਉਹ ਸਤਿਗੁਰਾਂ ਦਾ ਬੜਾ ਸਤਿਕਾਰ ਕਰਦੇ ਹੈ, ਪਰ ਕੁਝ ਸੋਢੀ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਕਿ ਚੰਗੀ ਭਲੀ ਚਰਨ ਪਹੁਲ ਚੱਲਦੀ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦੀ ਖੰਡੇ ਦੀ ਪਹੁਲ ਚਲਾਈ ਹੈ, ਇਹ ਨਵਾਂ ਹੀ ਕੰਮ ਕਰਤਾ। ਕੇਸ ਰੱਖੋ, ਦਾੜੇ ਰੱਖੋ, ਆਦਿ ਆਦਿ, ਕਛਹਿਰਾ ਪਹਿਨੋ, ਕਿਰਪਾਨ ਪਹਿਨੋ, ਇਹ ਠੀਕ ਨਹੀਂ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਝਿੜਕ ਦਿੱਤਾ ਸੀਗਾ। ਜਿਨ੍ਹਾਂ ਸੋਢੀਆਂ ਨੂੰ ਸਾਡੀ ਗੁਰਿਆਈ ਚੰਗੀ ਨਹੀਂ ਲੱਗਦੀ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਕੁੱਲ ਨਹੀਂ ਵਧੇਗੀ, ਉਹਨਾਂ ਨੂੰ ਅਸੀਂ ਆਪਣੇ ਪੰਥ ਚੋਂ ਤਿਆਗ ਦਿੱਤਾ। ਔਰ ਜਿਨ੍ਹਾਂ ਨੂੰ ਸਾਡੀ ਗੱਲ ਚੰਗੀ ਲੱਗਦੀ ਹੈ ਉਹਨਾਂ ਦੀ ਕੁੱਲ ਵਧੇਗੀ, ਉਹ ਮੇਰੇ ਧਾਮ ਵਸਣਗੇ, ਮੇਰੇ ਘਰ ਵਸਣਗੇ, ਭਾਵ ਸੱਚਖੰਡ ਵਸਣਗੇ। ਇਉਂ
ਇਹ ਵਿਚਾਰਾਂ ਚੱਲ ਰਹੀਆਂ ਸਨ। ਅੱਗੇ ਖੱਤਰੀ ਜਿਹੜੇ ਹਨ ਕੁਝ ਇਹ ਵੀ ਗੱਲਾਂ ਕਰਦੇ ਹੋਣਗੇ। ਇਹਨਾਂ ਦੇ ਪਰਥਾਏ ਪਾਤਸ਼ਾਹ ਜੀ ਨੇ ਕਿਹਾ ਹੈ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਭਾ ਬਿਖੇ ਸੋਢੀ ਜੇ ਆਹੈ, ਸੋ ਕਰ ਜੋਰ ਬੇਨਤੀ ਕਹੈ। ਇਸ ਤਰ੍ਹਾਂ ਉਸ ਵੇਲੇ ਸਭਾ ਦੇ ਵਿੱਚ ਜਿਹੜੇ ਸੋਢੀ ਬੈਠੇ ਸਨ ਉਹ ਵੀ ਉੱਠ ਕਰਕੇ ਸਤਿਗੁਰਾਂ ਦੇ ਚਰਨੀ ਪਏ और कहन लगे महाराज हमको बख्शो रिस निर्वारा, तब श्री मुक्ते तिन्हो चारा। महाराज सानू माफ कर दियो, गुस्सा छड़ के बचन मेरी गुरियाई, जिसके मन भाई बदो कुल ताहे का। कहने भाई जिन्हां नू मेरी गल चंगी लगदी है, मेरी गुरता गद्दी दे समय दे विच जो मैं विचारां कीतियां जिन्हां नू ओ चंगियां लगदियां ਉਹਨਾਂ ਦੀ ਕੁਲ ਵਧੇਗੀ। ਮਮ ਪੰਥ ਕੇ ਨਾਇਕਾ, ਮਾਨੇ ਮੁਝ ਸਮਾਨਾ। ਉਹ ਮੇਰੇ ਪੰਥ ਦੇ ਵਿੱਚ ਪ੍ਰਵਾਨ ਨਹੀਂ ਹੋਣਗੇ ਜਿਹੜੇ ਮੈਨੂੰ ਆਮ ਆਪਣੇ ਵਾਂਗੂ ਇੱਕ ਮਨੁੱਖ ਸਮਝਦੇ ਹਨ। ਜਿਹੜੇ ਮੈਨੂੰ ਆਮ ਸਮਝਦੇ ਹਨ ਉਹ ਮੇਰੇ ਪੰਥ ਦੇ ਨਹੀਂ। ਬਖਸ਼ੋ ਮਮ ਧਾਮ। ਔਰ ਜਿਹੜੇ ਮੈਨੂੰ ਇਹ ਸਮਝਦੇ ਹਨ ਕਿ ਵਾਕਿਆ ਹੀ ਗੁਰੂ ਹੈ, ਗੁਰਤਾ ਗੱਦੀ ਜੋ ਚਲਾ ਰਿਹਾ, ਪੰਥ ਜੋ ਸਾਜਿਆ ਹੈ, ਜਿਹੜੇ ਮੇਰੇ ਪੰਥ ਨੂੰ ਮੇਰੇ ਵਰਗਾ ਸਮਝਣਗੇ ਉਹ ਮੇਰੇ ਧਾਮ ਵਸਣਗੇ। ਜਿਹੜੇ ਮੇਰੀ ਨਿੰਦਿਆ ਕਰਨਗੇ ਉਹ ਆਪਣੀ ਕੀਤੀ ਪਾਉਣਗੇ। ਖੱਤਰੀ ਸ਼ਰਾਪ ਸੁਨਿਓ ਸਮਦਾਈ, ਧਰ ਕਰ ਤਰਾਸ ਗੁਰੂ ਡਿਗ ਆਏ। ਕੁਝ ਖੱਤਰੀ ਵੀ ਵਿੱਚ ਬੈਠੇ ਸਨ, ਉਹਨਾਂ ਨੇ ਵੀ ਉੱਠ ਕਰਕੇ ਬੇਨਤੀ ਕਰੀ ਹੈ। ਹਾਥ ਜੋਰ ਸਨਮੁਖ ਹੋਏ ਖਰੇ, ਕਹੇ ਆਨ ਹਮ ਸ਼ਰਨੀ ਪਰੇ। ਔਰ ਹੱਥ ਬੰਨ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਪੈਂਦੇ ਹਾਂ। ਇਕ ਤਿਨ ਸ੍ਰੀ ਮੁਖ ਤੇ ਬਚਨ ਕਹਿਓ, ਮੇਰੋ ਪੰਥ ਦਿਆ ਨਿਧ ਲਹਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਮੇਰਾ ਪੰਥ ਜਿਹੜਾ ਹੈ ਦਇਆ ਦਾ ਘਰ ਹੈ, ਦਇਆ ਦਾ ਖਜ਼ਾਨਾ ਹੈ। ਐਸੀ ਗੱਲ ਨਹੀਂ ਹੈ ਕਿ ਮੇਰਾ ਪੰਥ ਕਿਸੇ ਨੂੰ ਝਿੜਕਦਾ ਰਹਿੰਦਾ ਜਾਂ ਮਾੜਾ ਕਹਿੰਦਾ ਹੈ। ਔਰ ਇਸੇ ਕਰਕੇ ਗੁਰੂ ਘਰ ਦੇ ਵਿੱਚ ਇੱਕ ਰੀਤ ਹੈ, ਜੋ ਸ਼ਰਨੇ ਆਵੈ ਤਿਸ ਕੰਠ ਲਗਾਵੈ, ਇਹ ਵਿਰਧ ਸੁਆਮੀ ਸੰਦਾ। ਭਾਵ ਜਦੋਂ ਕੋਈ ਆ ਕਰਕੇ ਮਾਫੀ ਮੰਗ ਲੈਂਦਾ ਹੈ ਤੇ ਅਕਾਲ ਤਖਤ ਸਾਹਿਬ ਤੋਂ ਵੀ ਇਹ ਰੀਤ ਅੱਜ ਤੱਕ ਚੱਲ ਰਹੀ ਹੈ ਕਿ ਉਸ ਨੂੰ ਗੁਰਮਤਿ ਅਨੁਸਾਰ ਸਜ਼ਾ ਲਾ ਕੇ ਬਖਸ਼ਿਆ ਜਾਂਦਾ ਹੈ, ਵਿਚਰ ਲਾਇਆ ਜਾਂਦਾ ਹੈ ਖਾਲਸਾ ਪੰਥ ਦੇ। ਪਾਤਸ਼ਾਹ ਜੀ ਕਹਿੰਦੇ ਮੇਰਾ ਪੰਥ ਜਿਹੜਾ ਹੈ ਉਹ ਦਇਆ ਦਾ ਘਰ ਹੈ ਭਾਈ। ਤਿਨ ਕੇ ਰਹੋ ਅਧੀਨ ਹਮੇਸ਼ੂ, ਤੂੰ ਸੁਖ ਪਾਵੋ ਸਕਲ ਵਿਸ਼ੇਸ਼ੂ। ਜਿਹੜਾ ਮੇਰੇ ਪੰਥ ਦੇ ਮੁਤਾਬਕ ਚੱਲੇਗਾ ਉਹ ਸੁਖੀ ਵਸੇਗਾ। ਇਹਨਾਂ ਦੇ ਅਨੁਸਾਰ ਚੱਲੋ ਜਿਵੇਂ ਖਾਲਸਾ ਪੰਥ ਚਲਾਉਂਦਾ ਹੈ। ਰਤੇ ਵਿਰੋਧ ਦੁਖੀ ਹੈ ਵਸੋਏ, ਪੁਨ ਪਛਤਾਵੇ ਸ਼ਰਨੀ ਹੋਏ। ਜਿਹੜਾ ਮੇਰੇ ਪੰਥ ਦਾ ਵਿਰੋਧ ਕਰੇਗਾ ਉਹਨੂੰ ਫਿਰ ਪਛਤਾਉਣਾ ਪਵੇਗਾ। ਸਭ ਜਗ ਕਾਰਨ ਇੱਕ ਪ੍ਰਕਾਰੀ, ਲਈ ਖਾਲਸੇ ਸਕਲ ਸੰਭਾਰੀ। ਔਰ ਮੈਂ ਰਾਜ ਭਾਗ ਤੇ ਸੰਸਾਰ ਦੇ ਹੋਰ ਕਾਰ ਵਿਹਾਰ ਜਿਹੜੇ ਹਨ ਇਹ ਖਾਲਸੇ ਨੂੰ ਸੰਭਾਲ ਦਿੱਤੇ ਹਨ। ਬਚਨ ਅੰਬੀਰੀ ਵਜ਼ੀਰੀ, ਫਕੀਰੀ ਤਤਬੀਰੀ, ਜੋਹੀਰੀ ਕਲਗਿਰੀ। ਹਾਂ ਕੀ ਕੁਝ ਦੇ ਦਿੱਤਾ ਮੈਂ ਖਾਲਸੇ ਨੂੰ। ਅਮੀਰੀ ਵਿਰਾਸਤ ਵੀ ਮੈਂ ਖਾਲਸੇ ਨੂੰ ਦੇ ਦਿੱਤੀ ਹੈ। ਮੇਰਾ ਖਾਲਸਾ ਜਿਹੜਾ ਹੈ ਹਮੇਸ਼ਾ ਅਮੀਰ ਹੈ, ਚੜ੍ਹਦੀ ਕਲਾ 'ਚ ਹੈ। ਔਰ ਵਜ਼ੀਰੀ ਰਾਜਨੀਤੀ ਵਿੱਚ ਵੀ ਮੈਂ ਖਾਲਸੇ ਨੂੰ ਅੱਗੇ ਕੀਤਾ ਹੈ। ਫਕੀਰੀ ਭਾਵ ਨਿਮਰਤਾ ਵਿੱਚ ਸਭ ਕੁਝ ਹੁੰਦੇ ਹੋਏ ਵੀ ਇੱਕ ਫਕੀਰਾਂ ਦੀ ਵਾਂਗੂ ਵਿਚਰਨਾ, ਔਰ ਫਕੀਰਾਂ ਦੇ ਵਾਂਗੂ ਵਿਚਰਦਿਆਂ ਹੋਇਆਂ ਰਾਜ ਭਾਗ ਨੂੰ ਵੀ ਸੰਭਾਲਣਾ। ਇਸੇ ਤਰ੍ਹਾਂ ਤਤਵੀਰੀ ਨਿਪੁੰਨਤਾ, ਤਤ ਦਾ ਗਿਆਨ ਵੀ ਮੈਂ ਖਾਲਸੇ ਨੂੰ ਦਿੱਤਾ ਹੈ। ਜੋਹੀਰੀ ਜਿਹੜਾ ਸ਼ਰਨ ਵਿੱਚ ਆਉਂਦਾ ਹੈ ਉਹਦੀ ਸਹਾਇਤਾ ਕਰਨ ਦੀ ਤਾਕਤ ਵੀ ਮੈਂ ਖਾਲਸੇ ਨੂੰ ਦੇਣੀ ਕੀਤੀ ਹੈ। ਅਕਲਗਿਰੀ ਦਾਨਾਈ ਸਿਆਣਪ, ਜਿਨ ਕੈ ਰਾਮ ਬਸੈ ਮਨ ਮਾਹੇ, ਨਾ ਉਹ ਮਰੇ ਨਾ ਠਾਗਿਆ ਜਾਹੇ, ਉਹ ਅਕਲ
ਚੜ੍ਹਦੀ ਕਲਾ ਦੀ ਅਕਲ ਜਿਹੜੀ ਹੈ ਉਹ ਵੀ ਖਾਲਸੇ ਨੂੰ ਦਿੱਤੀ ਹੈ। ਦਾਨ ਕੀ ਦਹੀਰੀ ਬੰਦੂਖ ਤਰਗਸ ਗਿਰੀ। ਦਾਨਾਈ ਵੀ ਇਹਨੂੰ ਦਿੱਤੀ ਹੈ, ਦਾਤਾ ਹੋਣਾ ਵੀ ਖਾਲਸੇ ਨੂੰ ਦਿੱਤਾ ਹੈ। ਖਾਲਸੇ ਦੇ ਹੱਕ ਵਿੱਚ ਮੈਂ ਇਸ ਨੂੰ ਇਹ ਦਾਤਾਂ ਵੀ ਦਿੱਤੀਆਂ। ਜਦੋਂ ਇਹ ਵੰਡਦਾ ਹੈ ਤੇ ਫਿਰ ਵੱਡਾ ਦਾਤਾ ਵੀ ਹੈ। ਔਰ ਇਹ ਗੱਲਾਂ ਕਿਸੇ ਤੋਂ ਅੱਜ ਛੁਪੀਆਂ ਹੋਈਆਂ ਨਹੀਂ। ਮੈਂ ਵਰਤਮਾਨ ਦੇ ਸਮੇਂ ਦੀ ਗੱਲ ਕਰਾਂ, ਜਿਵੇਂ ਕਰੋਨਾ ਸਮੇਂ ਗੁਰੂ ਪਿਆਰਿਓ ਸੰਸਾਰ ਨੂੰ ਜਿਹੜਾ ਸੰਭਾਲਿਆ ਲੰਗਰ ਪ੍ਰਸ਼ਾਦੇ ਦੇ ਤੌਰ ਤੇ, ਉਹ ਸਿੱਖਾਂ ਨੇ ਆਪਣੇ ਖਜ਼ਾਨਿਆਂ ਵਿੱਚੋਂ ਹੀ ਪੈਸੇ ਲਾਏ ਤੇ ਸਮਝੋ ਉਦੋਂ ਖਾਲਸਾ ਦਾਤਾ ਵੀ ਬਣਿਆ। ਕੋ ਸਤਨਾਮ ਔਰ ਇਹ ਬਖਸ਼ਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਿੱਤੀਆਂ ਹੋਈਆਂ। ਔਰ ਕਰੋਨਾ ਦੇ ਸਮੇਂ ਭਿਆਨਕ ਸਮੇਂ ਦੇ ਵਿੱਚ ਅਗਰ ਸੰਸਾਰ ਦੇ ਲੋਕਾਂ ਨੂੰ ਭੁੱਖੇ ਮਰਦਿਆਂ ਨੂੰ ਕਿਸੇ ਨੇ ਸੰਭਾਲਿਆ ਤੇ ਗੁਰੂ ਦੀ ਕਿਰਪਾ, ਬਾਬੇ ਨਾਨਕ ਦੀ ਬਖਸ਼, 10ਵੇਂ ਪਾਤਸ਼ਾਹ ਜੀ ਦੀ ਬਖਸ਼, ਇਹਨੂੰ ਮੈਂ ਦਾਤਾ ਵੀ ਬਣਾਇਆ। ਤੇ ਅੱਜ ਵੀ ਜੋ ਗੁਰੂ ਪਿਆਰਿਓ ਕਿਸਾਨਾਂ ਦੇ ਵਿਸ਼ੇ ਤੇ ਅੰਦੋਲਨ ਚੱਲ ਰਹੇ ਹਨ, ਜੋ ਕਿਸਾਨ ਗੁਰੂ ਪਿਆਰਿਓ ਧਰਤੀ 'ਚੋਂ ਪੈਦਾ ਕਰਕੇ ਆਪ ਕੈਸਾ ਵੀ ਜੀਵਨ ਬਤੀਤ ਕਰਦਾ ਪਰ ਸੰਸਾਰ ਨੂੰ ਪਾਲਦਾ ਹੈ। ਔਰ ਇੱਕ ਪੰਜਾਬ ਤੇ ਹਰਿਆਣਾ ਜਿਹੜਾ ਹੈ, ਇਹਨਾਂ ਦੋ ਸੂਬਿਆਂ ਦੇ ਵਿੱਚ ਜਿਹੜੀ ਹੈ ਕਣਕ, ਧਾਨ ਆਦਿ ਜਿਹੜਾ ਫਸਲ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹ ਚੀਜ਼ਾਂ ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਬਖਸ਼ੀਆਂ ਹਨ। ਇਹ ਦਾਤਾ ਵੀ ਹੈ। ਤੇ ਦਿੱਲੀ ਦੇ ਵਿੱਚ ਪਿਛਲੇ ਕੁਝ ਸਮਿਆਂ ਤੋਂ ਜਦੋਂ ਆਪਾਂ ਲੰਗਰ ਚੱਲਦੇ ਦੇਖੇ ਤੇ ਸਰਕਾਰਾਂ ਦੀ ਸੋਚ ਵਿੱਚ ਇਹ ਖਿਆਲ ਆ ਗਿਆ ਵੀ ਇਹਨਾਂ ਨੂੰ ਫੰਡ ਕਿੱਥੋਂ ਆਉਂਦਾ। ਇਹ ਕਹਿੰਦੇ ਵੀ ਇਹਨਾਂ ਨੂੰ ਸ਼ਾਇਦ ਬਾਹਰਲੇ ਦੇਸ਼ਾਂ ਤੋਂ ਫੰਡ ਆ ਰਹੇ ਆ, ਪਰ ਨਹੀਂ, ਇਹ ਗੁਰੂ ਨਾਨਕ ਜੀ ਦੀ ਕਿਰਪਾ ਹੈ ਕਿ ਲੰਗਰ ਅਟੁੱਟ ਚਲਾਇਆ ਤੇ ਅਟੁੱਟ ਹੀ ਵਰਤੇਗਾ ਔਰ ਵਰਤਾ ਜਾ ਰਿਹਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮੈਂ ਖਾਲਸੇ ਨੂੰ ਦਾਨ ਕੀ ਦਹੀਰੀ ਭਾਵ ਦਾਤਾ ਵੀ ਬਣਾਇਆ ਹੈ। ਔਰ ਬੰਦੂਕ ਤਰਕਸ਼ਗੀਰੀ ਤੇ ਸ਼ਸਤਰ ਧਾਰੀ ਹੋਣਾ ਵੀ ਮੈਂ ਇਸ ਨੂੰ ਦੇ ਦਿੱਤਾ ਹੈ। ਇਹ ਬਖਸ਼ਾਂ ਹੁੰਦੀਆਂ। ਇੱਕ ਤਾਂ ਹੁੰਦਾ ਨਾ ਕੋਈ ਕੰਮ ਸਿੱਖਿਆ ਸਿਖਾਇਆ ਜਾਂ ਕਿਸੇ ਤਰ੍ਹਾਂ ਕਰਨਾ, ਪਰ ਇੱਕ ਹੁੰਦੀ ਹੈ ਬਖਸ਼। ਜਿਵੇਂ 5ਵੇਂ ਪਾਤਸ਼ਾਹ ਜੀ ਨੇ ਜਿਸ ਵੇਲੇ ਸੱਤਾ ਬਲਵੰਡਾ 82 ਰੁੱਸ ਗਏ ਸਨ, ਕੀਰਤਨ ਕਰਨ ਵਾਸਤੇ ਨਹੀਂ ਸੀ ਆਏ, ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਸੀ। ਔਰ ਕੀ ਕਹਿੰਦੇ, ਕੋਈ ਗੱਲ ਨਹੀਂ, ਅੱਜ ਤੱਕ ਇਹ ਦਾਤ ਮਰਾਸੀਆਂ ਨੂੰ ਦਿੱਤੀ ਹੋਈ ਸੀ ਮਰਦਾਨੇ ਤੋਂ ਲੈ ਕੇ, ਪਰ ਅੱਜ ਮੈਂ ਸਾਰੀ ਸੰਗਤ ਨੂੰ ਵੰਡਦਾ ਹਾਂ। ਉਠੋ 3 ਸਿੱਖ ਸਟੇਜ ਤੇ ਬੈਠ ਕੇ ਕੀਰਤਨ ਕਰੋ। ਜਿਨ੍ਹਾਂ ਨੇ ਕਦੇ ਸ਼ਾਇਦ ਸਾਜ਼ਾਂ ਨੂੰ ਹੱਥ ਵੀ ਨਾ ਲਾਇਆ ਹੋਵੇ, ਸਤਿਗੁਰਾਂ ਦਾ ਹੁਕਮ ਮੰਨ ਕੇ 3 ਸਿੱਖ ਜੋ ਵੀ ਸਾਜ਼ ਸੰਨ ਲੈ ਕਰਕੇ ਬੈਠ ਗਏ ਔਰ ਆਸਾ ਜੀ ਕੀ ਵਾਰ ਕਾ ਕੀਰਤਨ ਹੋਇਆ। ਉਹ ਦਿਨ ਤੋਂ ਜਿਹੜੀ ਹੈ ਗੁਰੂ ਪਿਆਰਿਓ ਕੀਰਤਨ ਦੀ ਦਾਤ ਸਤਿਗੁਰਾਂ ਨੇ ਇਸ ਬਹਾਨੇ ਆਪਣੀਆਂ ਸਾਰੀਆਂ ਸੰਗਤਾਂ ਵਿੱਚ ਹੀ ਵਰਤਾਉਣੀ ਕੀਤੀ। ਇੱਥੇ ਮੇਰੇ ਪ੍ਰੀਤਮ ਜੀ ਕਹਿ ਰਹੇ ਹਨ ਕਿ ਜਿਹੜਾ ਖਾਲਸੇ ਦੇ ਮੁਤਾਬਕ ਚੱਲੇਗਾ ਉਹ ਸੁਖੀ ਵਸੇਗਾ, ਜਿਹੜਾ ਐਂਟੀ ਚੱਲੇਗਾ ਦੁਖੀ ਹੋਵੇਗਾ। ਇਹ ਸੱਚ ਜਾਣਿਓ। ਮੈਂ ਇਹਨੂੰ ਬੰਦੂਕ ਚਲਾਉਣਾ, ਤਰਕਸ਼ ਭਾਵ ਤੀਰ ਕਮਾਨ ਚਲਾਉਣਾ ਆਦਿ ਇਹ ਅਭਿਆਸ, ਇਹ ਦਾਤਾਂ ਵੀ ਸ਼ਸਤਰ ਧਾਰੀ ਹੋਣਾ ਵੀ ਇਸ ਨੂੰ ਦਿੰਦਾ। ਰਾਜ ਮੰਤਰ ਕੀ ਦਾਤ ਬੜਾਈ, ਉਦੇ ਸਿੰਘ ਮੋਹਰ ਸਿੰਘ ਪਾਈ। ਰਾਜ ਸਾਜ ਤੇ ਵਜ਼ੀਰੀ ਦੀ ਦਾਤ ਜਿਹੜੀ ਹੈ ਇਹ ਮੈਂ ਉਦੇ ਸਿੰਘ ਨੂੰ ਤੇ ਮੋਹਰ ਸਿੰਘ ਹੋਰਾਂ ਨੂੰ ਦੇਣੀ ਕਰਦਾ ਹਾਂ। ਭਾਵ ਸਤਿਗੁਰੂ ਇਹ ਦਾਤਾਂ ਖਾਲਸੇ ਪੰਥ ਵਿੱਚ ਵੰਡ ਰਹੇ ਨੇ। ਇਹ ਗੁਪਤ ਬਖਸ਼ਾਂ ਗੁਰੂ ਪਿਆਰਿਓ। ਪਾਤਸ਼ਾਹ ਜੀ ਕਹਿੰਦੇ ਰਾਜ ਸਾਜ ਦਾ ਮੁਖੀ ਭਾਈ ਉਦੈ ਸਿੰਘ ਤੇ ਵਜ਼ੀਰ ਹੈ ਮੋਹਰ ਸਿੰਘ। ਧੰਨਾ ਸਿੰਘ ਮਾਨ ਸਿੰਘ ਜਾਨ, ਦਾਨ ਸਿੰਘ ਚੜਤ ਸਿੰਘ ਪ੍ਰਮਾਨ। ਇਹਨਾਂ ਪੰਜਾਂ ਨੂੰ ਰਾਜਨੀਤੀ ਦੀਆਂ ਬਖਸ਼ਾਂ ਵੀ ਕਰ ਦਿੱਤੀਆਂ, ਰਾਜ ਸਾਜ ਦੀਆਂ ਬਖਸ਼ਾਂ ਵੀ ਕਰ ਦਿੱਤੀਆਂ ਹਨ। ਉਦੈ ਸਿੰਘ, ਮੋਹਰ ਸਿੰਘ, ਧੰਨਾ ਸਿੰਘ, ਮਾਨ ਸਿੰਘ ਅਤੇ ਦਾਨ ਸਿੰਘ ਜੀ। ਜ਼ਿਮੀਦਾਰੀ ਗੋਤ ਵਿਸਾਲਾ, ਬਖਸ਼ਿਓ ਰਾਜ ਬਨੇ ਮਹਿਪਾਲਾ। ਔਰ ਇਹ ਜ਼ਿਮੀਦਾਰਾਂ ਦੇ ਵਿੱਚੋਂ ਹਨ ਇਹ ਗੋਤ ਜਿਹੜੇ ਦੱਸੇ ਹਨ। ਤਾਂ ਭਾਈ ਸਾਹਿਬ ਜੀ ਲਿਖਦੇ ਹਨ ਕਿ ਸਤਿਗੁਰੂ ਕਹਿੰਦੇ ਇਹਨਾਂ ਦੇ ਵਿੱਚੋਂ ਰਾਜੇ ਬਣਿਆ ਕਰਨਗੇ। ਔਰ ਜਿਸ ਵੇਲੇ 7ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂਸਰ ਮਹਾਰਾਜ ਵਿਖੇ ਰੁਕੇ ਹੋਏ ਸਨ, ਉਸ ਵੇਲੇ ਗੁਰੂ ਪਿਆਰਿਓ 7ਵੇਂ ਪਾਤਸ਼ਾਹ ਜੀ ਦੇ ਕੋਲੇ
ਮਹਾਰਾਜ ਕਾ ਇੱਕ ਕਾਲਾ ਹੈ, ਉਹ ਆਉਂਦਾ ਹੈ ਆਪਣੇ ਭਤੀਜਿਆਂ ਨੂੰ ਲੈ ਕਰਕੇ ਔਰ ਉਹਨਾਂ ਨੂੰ ਲਿਆ ਕਰਕੇ ਸਤਿਗੁਰਾਂ ਦੇ ਚਰਨੀ ਪਾਉਂਦਾ ਹੈ, ਨਮਸਕਾਰ ਕਰਦਾ ਹੈ, ਮੱਥਾ ਟੇਕ ਕੇ ਬੈਠ ਜਾਂਦਾ ਹੈ। ਛੋਟੇ ਬੱਚੇ ਪੁਰਾਣੇ ਸਮਿਆਂ 'ਚ ਕੁੜਤੇ ਕਰਤੇ ਬੱਚਿਆਂ ਦੇ ਘੱਟ ਹੀ ਹੁੰਦੇ ਸਨ, ਨੰਗੇ ਪਿੰਡੇ ਉਵੇਂ ਚੱਕ ਲਿਆਂਦੇ ਤੇ ਮੂਹਰੇ ਬੈਠੇ ਆ ਤੇ ਬੱਚੇ ਪੇਟ ਤੇ ਹੱਥ ਮਾਰਨ ਲੱਗੇ ਤੇ ਸਤਵੇਂ ਪਾਤਸ਼ਾਹ ਜੀ ਕਹਿੰਦੇ ਕਾਲਾ ਸਿੰਘ ਇਹ ਕੀ ਮੰਗਦੇ ਨੇ? ਤੇ ਉਹ ਕਹਿਣ ਲੱਗਿਆ ਮਹਾਰਾਜ ਕਾ ਕਾਲਾ ਕਹਿਣ ਲੱਗਿਆ ਮਹਾਰਾਜ ਇਹ ਗੁਰੂ ਘਰ ਚੋਂ ਕੁਝ ਖਾਣ ਨੂੰ ਮੰਗਦੇ ਆ, ਭੁੱਖ ਲੱਗੀ ਹੈ ਇਹਨਾਂ ਨੂੰ। ਪਾਤਸ਼ਾਹ ਕਹਿੰਦੇ ਇਹ ਤਾਂ ਰਾਜੇ ਹੋਣਗੇ, ਰਾਜੇ। ਔਰ ਗੁਰੂ ਪਿਆਰਿਓ ਅੱਗੇ ਚੱਲ ਕੇ ਉਹਨਾਂ ਦੀ ਵੰਸ਼ ਜਿਹੜੀ ਹੈ ਆ ਅਮਰਿੰਦਰ ਤੇ ਇਹਨਾਂ ਦੇ ਬਜ਼ੁਰਗ ਜਿਹੜੇ ਹਨ ਇਹ ਮਹਾਰਾਜ ਕੇ ਹਨ। ਕਹੋ ਸਤਿਨਾਮ। ਔਰ ਵਾਕਿਆ ਹੀ ਅੱਗੇ ਜਾ ਕੇ 10ਵੇਂ ਪਾਤਸ਼ਾਹ ਜੀ ਨੇ ਬਖਸ਼ਾਂ ਕਰ ਦਿੱਤੀਆਂ, ਪਹਿਲਾਂ 7ਵੇਂ ਪਾਤਸ਼ਾਹ ਜੀ ਨੇ ਵੀ ਕਿਹਾ ਸੀਗਾ। ਔਰ ਹੋਇਆ ਕੀ, ਜਦ ਸ਼ਾਮਾਂ ਨੂੰ ਘਰੇ ਗਿਆ ਘਰ ਵਾਲੀ ਕੋਲ ਜਾ ਗੱਲ ਦੱਸੀ, ਕਹਿੰਦੀ ਅੱਜ ਪਾਤਸ਼ਾਹ ਨੇ ਇੱਦਾਂ ਬਚਨ ਕੀਤੇ ਬਈ ਆ ਮੈਂ ਭਤੀਜਿਆਂ ਨੂੰ ਲੈ ਗਿਆ ਸੀ ਉਹਨਾਂ ਦੇ ਕੋਲ ਖਿਡਾਉਂਦਾ ਤੇ ਇਹ ਉੱਥੇ ਪੇਟ ਤੇ ਹੱਥ ਜੇ ਮਾਰਨ ਲੱਗ ਪਏ। ਕਹਿੰਦੇ ਪਾਤਸ਼ਾਹ ਕੀ ਕਿਆ ਮੰਗਦੇ ਆ ਕਾਲਿਆ ਇਹ? ਮੈਂ ਕਿਹਾ ਜੀ ਕੁਝ ਮੰਗਦੇ ਆ ਗੁਰੂ ਘਰ ਚੋਂ। ਉਹ ਕਹਿੰਦੀ ਇਹ ਮੰਗਤੇ ਨਹੀਂ, ਇਹ ਤਾਂ ਦਾਤੇ ਹਨ, ਦਾਤੇ ਇਹ ਤਾਂ ਰਾਜੇ ਹੋਣਗੇ। ਔਰ ਬੀਬੀਆਂ ਦਾ ਐਸਾ ਖਿਆਲ ਬਣ ਜਾਂਦਾ ਤੁਰਤ ਹੀ ਆਪਣੇ ਬੱਚਿਆਂ ਪਰ ਥਾਏ ਕਹਿਣ ਲੱਗੀ ਫਿਰ ਤੂੰ ਆਪਣੇ ਜਵਾਕਾਂ ਨੂੰ ਕਿਉਂ ਨਾ ਲੈ ਕੇ ਗਿਆ? ਕੀ ਪਤਾ ਸੀ ਉੱਥੇ ਘਟਨਾ ਘਟਣੀ ਆ, ਇਹ ਤਾਂ ਸਹਿਜ ਸੁਭਾਅ ਹੈ, ਸਾਧ ਜੇ ਬੋਲੇ ਸਹਿਜ ਸੁਭਾਅ ਹੈ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਬੀਬੀ ਕਹਿਣ ਲੱਗੀ ਤੂੰ ਮੇਰੇ ਬੱਚਿਆਂ ਨੂੰ ਲੈ ਕੇ ਜਾ, ਹੁਣ ਇਹ ਤਾਂ ਰਾਜੇ ਹੋਣਗੇ ਭਤੀਜੇ ਤੇ ਮੇਰੇ ਬੱਚੇ ਇਹਨਾਂ ਦੇ ਨੌਕਰ ਬਣਨਗੇ, ਕੱਲ ਨੂੰ ਇਹਨਾਂ ਨੂੰ ਲੈ ਕੇ ਜਾਈ। ਕਹਿੰਦਾ ਠੀਕ ਆ। ਦੂਜੇ ਦਿਨ ਬੱਚਿਆਂ ਨੂੰ ਸਿਖਾ ਕੇ ਲੈ ਗਿਆ, ਉਸੇ ਤਰ੍ਹਾਂ ਦਾ ਬਣਾ ਕੇ ਰੂਪ ਜਾ ਨੰਗੇ ਪਿੰਡੇ ਉਹਨਾਂ ਨੂੰ ਸਿਖਾ ਕੇ ਲੈ ਗਿਆ ਵੀ ਉੱਥੇ ਜਾ ਕੇ ਨਾ ਪੇਟ ਤੇ ਹੱਥ ਮਾਰਨ ਲੱਗ ਜਿਓ। ਤਾਂ ਗੁਰੂ ਪਿਆਰਿਓ ਉਹ ਬੱਚਿਆਂ ਨੂੰ ਵੀ ਲਿਜਾ ਕੇ ਬਿਠਾ ਦਿੱਤਾ। ਬੱਚੇ ਕੁਝ ਸਿੱਖੇ ਹੋਏ ਸੀ, ਪੇਟ ਤੇ ਹੱਥ ਮਾਰਨ ਲੱਗੇ। ਜਾਨੀ ਜਾਨ ਪਾਤਸ਼ਾਹ ਦੇਖ ਕੇ ਹੱਸ ਪਏ ਬਈ ਅੱਜ ਕਾਲਾ ਜਿਹੜਾ ਹੈ ਕੁਝ ਜਾਣ ਬੁੱਝ ਕੇ ਲਿਆਇਆ, ਕੱਲ ਕੁਦਰਤ ਨੇ ਕਿਰਪਾ ਕੀਤੀ ਆ। ਕਹੋ ਸਤਿਨਾਮ। ਕਹਿਣ ਲੱਗੇ ਕਾਲਿਆ ਹੁਣ ਇਹ ਕੀ ਮੰਗਦੇ ਆ? ਮਹਾਰਾਜ ਇਹ ਵੀ ਤੁਹਾਡੇ ਦਰ ਤੋਂ ਕੁਝ ਮੰਗਦੇ ਐ। ਕਹਿੰਦੀ ਉਹ ਕੱਲ ਵਾਲੀ ਗੱਲ ਤਾਂ ਕੱਲ ਗਈ, ਪਰ ਇਹ ਵੀ ਘੱਟ ਨਹੀਂ, ਇਹ ਵੀ ਹੁਕਮ ਕਰਕੇ ਖਾਣਗੇ। ਤੇ ਗੁਰੂ ਪਿਆਰਿਓ ਉਹਨਾਂ ਦੇ ਬੱਚਿਆਂ ਨੂੰ ਸਿੱਧੂਆਂ ਨੂੰ ਕਹਿੰਦੇ ਇਹ ਬਖਸ਼ਿਸ਼ ਕੀਤੀ ਬਈ ਇਹਨਾਂ ਦਾ ਵੀ ਹੁਕਮ ਚੱਲੂਗਾ, ਇਹ ਵੱਡੇ ਚੌਧਰੀ ਨੰਬਰਦਾਰ ਹੋਣਗੇ ਔਰ ਇਹਨਾਂ ਦਾ ਹੁਕਮ ਚੱਲੇਗਾ। ਇਹ ਮੰਗਤੇ ਨਹੀਂ ਹੋਣਗੇ, ਪਰ ਰਾਜੇ ਵਾਲੀ ਗੱਲ ਤਾਂ ਜਿਹੜੀ ਹੈ ਉਹ ਅੱਜ ਨਹੀਂ ਹੁੰਦੀ, ਉਹ ਕੱਲ ਵਰਤ ਗਈ ਆ ਭਾਣਾ। ਤੋ ਇਸ ਤਰ੍ਹਾਂ ਉਹਨਾਂ ਨੂੰ ਬਖਸ਼ਾਂ ਕੀਤੀਆਂ। ਅੱਜ ਮੇਰੇ 10ਵੇਂ ਪਾਤਸ਼ਾਹ ਜੀ ਆ ਮਾਨ ਗੋਤ ਹੈ ਜਿਵੇਂ ਜਾਂ ਹੋਰ ਗੋਤ ਹੈ, ਕਹਿਣ ਲੱਗੇ ਇਹ ਜ਼ਿਮੀਂਦਾਰਾਂ ਦੇ ਵਿੱਚੋਂ ਰਾਜੇ ਹੋਣਗੇ ਜੀ। ਇਮ ਕਹਤੇ ਉਠ ਮੰਦਰ ਬਰੇ ਆਏ ਅਜੀਤੋ ਹਿਰਨ ਕਰੇ। ਔਰ ਇਥੋਂ ਪਾਤਸ਼ਾਹ ਜੀ ਉੱਠੇ, ਦੀਵਾਨ ਦੀ ਸਮਾਪਤੀ ਹੋਈ, ਘਰ ਆ ਗਏ ਮਹਿਲਾਂ ਦੇ ਵਿੱਚ। ਔਰ ਮਾਤਾ ਜੀਤੋ ਜੀ ਅੱਗੋਂ ਮਿਲੇ ਹਨ ਤਾਂ ਇਹ ਉਹਨਾਂ ਦੇ ਕੋਲੇ ਵੀ ਗੱਲ ਪਹੁੰਚ ਗਈ ਵੀ ਅੱਜ ਸਟੇਜ ਤੇ ਆਹ ਗੱਲਾਂ ਬਾਤਾਂ ਹੋਈਆਂ। ਕਿਤੇ ਮਾਤਾ ਜੀ ਨੂੰ ਦੱਸ ਦਿੱਤਾ ਸਿੱਖਾਂ ਨੇ। ਕੀ ਕਹਿੰਦੇ ਮਾਤਾ ਜੀ? ਹੱਥ ਜੋਰ ਪਦ ਪੰਕਜ ਲਾਗੇ ਭਈ ਦੀਨ ਬੋਲੀ ਵਡਭਾਗੀ। ਔਰ ਮਾਤਾ ਜੀਤੋ ਜੀ ਨੇ ਹੱਥ ਬੰਨ ਕੇ ਨਮਸਕਾਰ ਕੀਤੀ ਆ, ਪੈਰੀ ਨਮਸਕਾਰ ਕੀਤੀ ਆ ਗੁਰੂ ਜਾਣ ਕੇ। ਔਰ ਬੇਨਤੀ ਕਰਦੇ ਹਨ ਬੜੇ ਨਿਮਾਣੇ ਜੇ ਬਣ ਕੇ, ਬਾਦਸ਼ਾਹੋ ਬੇਟੀ ਕਿਆ ਕਰ ਹੈ ਸਿੱਖ ਸਰਦਾਰੀ ਲੈ ਬਰਤਰ ਹੈ। ਮਹਾਰਾਜਾ ਪਤਾ ਲੱਗਿਆ ਤੁਸੀਂ ਦੀਵਾਨਾਂ ਦੇ ਵਿੱਚ ਬੜੀਆਂ ਬਖਸ਼ਾਂ ਕੀਤੀਆਂ, ਸਿੱਖਾਂ ਨੂੰ ਸਰਦਾਰੀਆਂ ਰਾਜ ਭਾਗ ਦਾਤਾਂ ਬਖਸ਼ ਦਿੱਤੀਆਂ, ਤੇ ਮੇਰੇ ਪੁੱਤਰਾਂ ਦਾ ਕੀ ਬਣੇਗਾ? ਫਿਰ ਅਜੀਤੋ ਦਿਸ਼ ਮੁਸਕਾਏ ਕਹਿਓ ਭਵਿੱਖਤ ਗਤ ਸਮਝਾਏ। ਤੋ ਇਹ ਸਤਿਗੁਰਾਂ ਦੀਆਂ ਭਵਿੱਖ ਬਾਣੀਆਂ ਹਨ ਜਿਹੜੀਆਂ ਉਸ ਵੇਲੇ ਕਦੇ ਕਦੇ ਦੀਵਾਨਾਂ ਵਿੱਚ ਹੁੰਦੀਆਂ ਹਨ, ਜਿਹੜੀਆਂ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਨੇ ਸਾਨੂੰ ਦੱਸਣੀਆਂ ਕੀਤੀਆਂ। ਔਰ ਉਹਨਾਂ ਨੂੰ ਅੱਗੇ ਚੱਲ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਉਹਨਾਂ ਨੇ ਇਹਨਾਂ ਨੂੰ ਸਾਖੀਆਂ ਦੇ ਰੂਪ ਦੇ ਵਿੱਚ ਇਕੱਤਰ ਕੀਤਾ, ਇਕੱਠਾ ਕੀਤਾ ਤੇ ਛੰਦਾਬੰਦੀ ਦੇ ਵਿੱਚ ਸਾਨੂੰ ਦੇਣਾ ਕੀਤਾ। ਖੈਰ ਪਾਤਸ਼ਾਹ ਜੀ ਭਵਿੱਖਤ ਬਚਨ ਸੁਣਾਉਂਦੇ ਹੋਏ ਮਾਤਾ ਜੀਤੋ ਜੀ ਆਪਣੀ ਸੁਪਤਨੀ ਨੂੰ, ਜਿਨ੍ਹਾਂ ਤੇ ਬੜੀ ਹੀ ਕਿਰਪਾ ਸੀ ਸਤਿਗੁਰਾਂ ਦੀ, ਕਹਿਣ ਲੱਗੇ ਜੀ ਤੁਮ ਸੱਚਾ ਕਰ ਅਚਲ ਸੰਭਾਲੋ ਜਹਾਂ ਕਲੇਸ਼ ਨਹੀਂ ਕਿਸ ਕਾਲੋ। ਓ ਜੀਤੋ ਤੈਨੂੰ ਸੱਚਖੰਡ ਸੁਭਾਇਆ ਹੈ। ਕਹੋ ਸਤਿਨਾਮ। ਤੈਨੂੰ ਸੱਚਾ ਘਰ ਬਖਸ਼ਿਆ ਜਿੱਥੇ ਕੋਈ ਦੁੱਖ ਕਲੇਸ਼ ਚਿੰਤਾ ਨਹੀਂ ਹੈ, ਜਿਸ ਨੂੰ ਭਗਤ ਰਵਿਦਾਸ ਜੀ ਵੀ ਕਹਿੰਦੇ ਆ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋਹ ਨਹੀਂ ਤੇ ਠਾਓ। ਤੁਸੀਂ ਉਹ ਸੱਚਾ ਘਰ ਸੰਭਾਲੋ
ਇਹਨਾਂ ਨੇ ਸਤਿਗੁਰਾਂ ਕੋਲੋਂ ਸਿਮਰਨ ਦੀ ਦਾਤ ਵੀ ਪ੍ਰਾਪਤ ਕੀਤੀ ਸੀ। ਆਪ ਬੇਨਤੀ ਕਰਕੇ ਇੱਕ ਦਿਨ ਕਹਿੰਦੇ ਪਾਤਸ਼ਾਹ ਜੀ ਕੀ ਮਨੁੱਖਾਂ ਦੇ ਵਾਸਤੇ ਸਿਮਰਨ ਭਜਨ ਹੈ ਜਾਂ ਅਸੀਂ ਵੀ ਕਰ ਸਕਦੇ ਹਾਂ ਇਸਤਰੀਆਂ? ਤੇ ਪਾਤਸ਼ਾਹ ਕਹਿੰਦੇ ਜੀਤੋ ਜੀ ਅੱਜ ਤੁਸੀਂ ਬਹੁਤ ਕਮਾਲ ਦੀ ਗੱਲ ਪੁੱਛੀ ਆ, ਮੈਂ ਬਹੁਤ ਖੁਸ਼ ਹਾਂ। ਕਿਉਂਕਿ ਜਦੋਂ ਗੁਰੂ ਕੋਲੋਂ ਕੋਈ ਸਿਮਰਨ ਦੀ ਗੱਲ ਪੁੱਛਦਾ ਨਾ ਤੇ ਗੁਰੂ ਇਹੀ ਤਾਂ ਚੀਜ਼ ਦੱਸਣ ਆਏ ਆ, ਪਰ ਇਹ ਗੱਲ ਕੋਈ ਬਿਰਲਾ ਬਿਰਲਾ ਹੀ ਪੁੱਛਦਾ। ਕੋ ਸਤਨਾਮ। ਕਹਿੰਦੀ ਅਸੀਂ ਬੜੇ ਖੁਸ਼ ਹੋਏ ਤੁਹਾਡੇ ਤੇ, ਔਰ ਅਸੀਂ ਤੁਹਾਨੂੰ ਦੱਸਦੇ ਹਾਂ ਦਰਗਾਹੀ ਸਿਮਰਨ। ਫਿਰ ਸਤਿਗੁਰਾਂ ਨੇ ਗੁਰੂ ਪਿਆਰੋ ਸੌ ਸਾਖੀ ਵਿੱਚ ਬਚਨ ਕੀਤੇ ਕਿ ਇਸ ਤਰ੍ਹਾਂ ਆਪਣੇ ਨਿਜ ਸਰੂਪ ਦਾ ਧਿਆਨ ਧਰ ਕੇ ਗੁਰੂ ਦੇ ਬਖਸ਼ੇ ਮੰਤਰ ਦਾ ਜਾਪ ਕਰੋ। ਜਦੋਂ 3 ਕੁ ਮਹੀਨੇ ਇਹਨਾਂ ਨੇ ਗੁਰੂ ਪਿਆਰਿਓ ਜਾਪ ਲਗਾਤਾਰ ਕੀਤਾ ਨਾ, ਜੋ ਪਾਤਸ਼ਾਹ ਨੇ ਜੋਗਤ ਦੱਸੀ, ਤਾਂ ਗੁਰੂ ਪਿਆਰਿਓ ਇਹਨਾਂ ਨੂੰ ਆਉਣ ਵਾਲਾ ਸਮਾਂ ਜਿਹੜਾ ਉਹ ਦਿਸਣ ਲੱਗਿਆ। ਕੀ ਦੇਖਿਆ? ਇੱਕ ਦਿਨ ਸੁਪਨੇ ਦੇ ਵਿੱਚ ਇਹਨਾਂ ਨੇ ਪਰਿਵਾਰ ਦਾ ਵਿਛੋੜਾ ਪੈ ਗਿਆ। 2 ਸਾਹਿਬਜ਼ਾਦੇ ਕਿਧਰੇ, 2 ਕਿਧਰੇ, ਮਾਤਾ ਗੁਜਰੀ ਕਿਧਰੇ, ਔਰ ਆਪ ਜੀ ਦੇਖ ਰਹੇ ਆ ਕਿ ਮੈਂ ਉਹਨਾਂ ਦੇ ਵਿੱਚ ਹੈ ਹੀ ਨਹੀਂ। ਔਰ ਤੜਕੇ ਉੱਠ ਕੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਰਾਤ ਪਤਾ ਨਹੀਂ ਕੀ ਐਸਾ ਸੁਪਨਾ ਆਇਆ ਕਿ ਮੈਂ ਕੀ ਦੇਖਿਆ ਰਾਤ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਜੀਤੋ ਜੀ ਇਹ ਤਾਂ ਸੱਚ ਹੈ, ਇੱਦਾਂ ਹੀ ਹੋਣਾ। ਤੇ ਮਾਤਾ ਜੀਤੋ ਜੀ ਕਹਿੰਦੇ ਪਾਤਸ਼ਾਹ ਫਿਰ ਮੈਥੋਂ ਤਾਂ ਐਸਾ ਸਮਾਂ ਦੇਖਿਆ ਨਹੀਂ ਜਾਣਾ, ਆ ਵਸਦਾ ਰਸਦਾ ਅਨੰਦਪੁਰ ਸਾਹਿਬ ਉੱਜੜ ਜਾਵੇਗਾ। ਕਹਿੰਦੇ ਹਾਂ ਇੱਕ ਵਾਰੀ ਇੱਥੋਂ ਹੱਲਣਾ ਪੈਣਾ ਸਭ ਨੂੰ, ਔਰ ਫਿਰ ਪਰਿਵਾਰ ਦੇ ਵਿਛੋੜੇ ਵੀ ਪੈਣੇ ਆ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਹੋਣੀਆਂ ਆਉਣ ਵਾਲੇ ਸਮੇਂ ਦੀ ਗੱਲ। ਤਾਂ ਕਹਿਣ ਲੱਗੇ ਇਹ ਤਾਂ ਵਰਤਨ ਹੈ ਭਾਣਾ। ਤੇ ਮਾਤਾ ਜੀਤੋ ਜੀ ਕਹਿੰਦੇ ਮੈਥੋਂ ਵੇਖਿਆ ਨਹੀਂ ਜਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਤੋ ਜੀ ਅਸੀਂ ਤਾਂ ਫਿਰ ਦੇਖ ਕੇ ਆਵਾਂਗੇ। ਦੇਖਣ ਆਇਓ ਜਗਤ ਤਮਾਸ਼ਾ, ਮੈਂ ਤਾਂ ਪੂਰਾ ਦੇਖ ਕੇ ਆਊਂਗਾ, ਤੂੰ ਜਾਣਾ ਤੇ ਚਲੀ ਜਾ। ਤੇ ਕਹਿਣ ਲੱਗੇ ਫਿਰ ਮੈਂ ਕਿਵੇਂ ਜਾਵਾਂ ਜੀ? ਕਹਿੰਦੇ ਸਿਮਰਨ ਨੂੰ ਤੇਜ਼ ਕਰ ਦਿਓ। ਤੇ ਮਾਤਾ ਜੀਤੋ ਜੀ ਨੇ ਵਸਦੇ ਰਸਦੇ ਅਨੰਦਪੁਰ ਸਾਹਿਬ ਦੇ ਸਮੇਂ ਬਹੁਤ ਜ਼ਿਆਦਾ ਸਿਮਰਨ ਕੀਤਾ, ਜਿਸ ਦਾ ਸਦਕਾ ਉਹਨਾਂ ਦਾ 10ਵਾਂ ਦੁਆਰ ਦੀ ਨਾੜੀ ਖੁੱਲ੍ਹ ਗਈ, ਜਿਸ ਨੂੰ ਕਹਿੰਦੇ ਹਨ ਗੁਰੂ ਪਿਆਰਿਓ 10ਵੇਂ ਦੁਆਰ ਨੂੰ ਭੰਨ ਕੇ ਕਈ ਰਿਸ਼ੀ ਮੁਨੀ ਆਪਦੀ ਮਰਜ਼ੀ ਨਾਲ ਸਰੀਰ ਤਿਆਗ ਦਿੰਦੇ ਸਨ ਸਿਮਰਨ ਦੀ ਤਾਕਤ ਨਾਲ। ਐਂ ਤਾਂ ਕਈਆਂ ਦੀ ਟੈਨਸ਼ਨ ਨਾਲ ਵੀ ਫਟ ਜਾਂਦੀ ਹੈ ਦਿਮਾਗ ਦੀ ਨਾੜੀ, ਇਹ ਰੁੰਧਲ ਨਾੜੀ ਕਹਿੰਦੇ ਆ। ਪਰ ਨਾਮ ਜਪਣ ਵਾਲੇ ਆਪਦੇ ਸਿਮਰਨ ਨੂੰ ਇੰਨਾ ਤੇਜ਼ ਕਰਦੇ ਆ ਕਿ ਉਹਦੇ ਪ੍ਰੈਸ਼ਰ ਦੇ ਨਾਲ ਹੀ ਉਹ ਤਾਲੂਏ ਦੇ ਵਿੱਚੋਂ ਨਾੜ ਖੁੱਲ੍ਹ ਜਾਂਦੀ ਹੈ, ਔਰ ਜੀਵ ਆਤਮਾ ਉੱਥੋਂ ਦੀ ਜਾਂਦੀ ਹੈ ਫਿਰ ਪਰਮੇਸ਼ਰ ਦੇ ਘਰ ਨੂੰ। ਮਾਤਾ ਜੀਤੋ ਜੀ ਨੇ ਇੱਦਾਂ ਸਰੀਰ ਤਿਆਗਿਆ ਸੀਗਾ। ਖੈਰ ਅੱਜ ਭਵਿੱਖ ਦੀਆਂ ਗੱਲਾਂ ਪਹਿਲਾਂ ਵੀ ਗੁਰੂ ਸਾਹਿਬ ਨੇ ਮਾਤਾ ਜੀਤੋ ਜੀ ਨਾਲ ਕੀਤੀਆਂ। ਕਹਿੰਦੇ ਜੀਤੋ ਜੀ ਤੁਹਾਨੂੰ ਸੱਚਖੰਡ ਦਿੱਤਾ, ਤੁਸੀਂ ਉਹ ਸੱਚਾ ਘਰ ਸੰਭਾਲਣਾ ਕਰੋ ਜਿੱਥੇ ਕੋਈ ਦੁੱਖ ਕਲੇਸ਼ नहीं व्यापदा जी। तुम सच्चा कर चल संभालो, जहाँ कलेश नहीं किस कालो। जिथे हमेशा बसना है, जो कदे भी खत्म होने वाला घर नहीं है, सदा रहने वाला है। तोहे कुटुंब भाग में भारी, दई अर्श की बर सरदारी। इस तरह असी तहानू अर्शां दी सरदारी दिती, तू तां वड्डे भागां वाली है। तेरे कुटुंब दे भाव बच्चियां दे, बच्चियां बारे पुछया ना जी, मेरे पुत्र की करनगे, सिखां नूं तुसीं सरदारियां राज भाग आदि दातां वंडियां। तो पातशाह कहन लगे तेरे जेड़े परिवार है, तेरे जेड़े बच्चे हैं, तेरा कुटुंब वड्डे भागां वाले हैं, और तहानू अर्शां दी सरदारी दिती, सचखंड दा वासा दिता है। जिस थल बन है बास हमारा, तहां बास तव जुत परवारा। जिथे असी वसांगे उत्थे तुसी वसोगे, ते उत्थे अपने चारे शहबजादे भी वसणगे, अपना वासा सचखंड होवेगा। चेतक पंथ खालसा भारी, सो सब तुमरे आज्ञाकारी। ओ जेड़ा खालसा पंथ है, तेरा पंजवां पुत्र, भावें कि माता ਸਾਹਿਬ ਕੌਰ जी दे गोद पाया, पर माता जीतो जी भी साडे माता ही आ, ਜਦੋਂ गुरु गोबिंद सिंह जी साडे पिता जी ਹਨ। इस करके कहन लगे जेड़ा तेरा एक खालसा पुत्र है, ये तेरी आज्ञा विच रहेगा। नित माने बंधन को ठान है, गुरु उपकार अपन पर जान है। और ये खालसा पंथ हमेशा गुरु दे उपकार नू याद रखेगा, अपने उत्ते कदे भुलावेगा नहीं। अवनी पर जस करे विसाला, गुरु को पुत्र खालसा जाला। ਇਹਦਾ ਦਸ ਜਿਹੜਾ ਹੈ ਧਰਤੀ ਉੱਤੇ ਫੈਲੇਗਾ। ਇਹ ਸਾਡੀਆਂ ਸਿਫਤਾਂ ਧਰਤੀ ਤੇ ਕਰਨਗੇ, ਅਸੀਂ ਸੱਚਖੰਡ ਵਿੱਚ ਬੈਠ ਕੇ ਦੇਖਾਂਗੇ। ਕੋ ਸਤਨਾਮ।
ਖਾਲਸਾ ਪੰਥ ਜਿਹੜਾ ਹੈ ਧਰਤੀ ਦੇ ਉੱਤੇ ਫੈਲੇਗਾ। ਆਪਣੀ ਪਰਜਸ ਕਰੇ ਵਿਸਾਲਾ, ਗੁਰ ਕੋ ਪੁੱਤਰ ਖਾਲਸਾ ਜਾਲਾ। ਜਾਲ ਹੁੰਦਾ ਹੈ ਵਿਸ਼ਾਲ, ਦੂਰ ਤੱਕ ਫੈਲੇਗਾ। बड़ी काल काली वत पाई, नित महिमा में मह छुपाई। ਇਹਨਾਂ ਨੇ ਬੜੀ ਘਾਲਨਾ ਕੀਤੀ ਆ। ਦੇਖੋ ਨਾ ਖਾਲਸੇ ਦੀ ਸਿਫਤ ਕਰਦੇ ਹੋਏ ਸਰਬਲੋ ਗ੍ਰੰਥ ਵਿੱਚ ਕਿੰਨੀ ਮਹਿਮਾ ਲਿਖਦੇ ਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो प्राण को प्राण। खालसा मेरो मुख है अंगा, खालसे के हो सरसा संगा। जब लग खालसा रहे नियारा, तब लग तेज दियो वह सारा। जावे गह विपन की रीत, मैं न करो इनकी प्रतीत। खालसे ਨੂੰ ਹੋਰ ਵਡਿਆਈਆਂ ਦਿੰਦੇ ਨੇ। इन्हीं की कृपा के सजे हम हैं, नहीं मौस हो गरीब करोड़ परे। मेरे वर्गे बेअंत गरीब होणगे, पर इन्हां दी कृपा ही मेरे ते है। इन्हीं की कृपा से धन धाम भरे, मेरे घर भी जो कुछ है सब खालसे दा ही है। को सतनाम। इस करके इस खालसे दी बड़ी घालना है, तां करके इन्हां नूं मैं मात लोक दीयां सरदारियां ਦਿੱਤੀਆਂ ਹਨ। इम कह कर थिर भय गुसाई, लोचन मूंद समाध लगाई। ਇਹਨਾਂ ਕਹਿ ਕੇ ਸਤਿਗੁਰੂ ਆਪਣੇ ਆਸਣ ਤੇ ਜਾ ਬੈਠੇ ਔਰ ਕੁਝ ਸਮਾਂ ਨੇਤਰ ਬੰਦ ਕਰਕੇ ਨਿਜ ਸਰੂਪ ਨਾਲ ਜੁੜਨਾ ਕੀਤਾ ਜੀ। सत चेतन आनंद मजारी, निज स्वरूप में बृत थिर तारी। ਔਰ ਇਹ ਹੁਕਮ ਸਾਨੂੰ ਵੀ ਹੈ। ਚੌਥੇ ਪਾਤਸ਼ਾਹ ਜੀ ਨੇ ਵੀ ਇੱਕ ਸ਼ਬਦ ਬਣਾ ਕੇ ਲਿਖ ਦਿੱਤਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਸ੍ਰੀ ਅੰਮ੍ਰਿਤਸਰ ਨਹਾਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ। ਭਾਵ ਸ਼ੁਰੂਆਤ ਜਿਹੜੀ ਹੈ ਆਹ ਜਿਹੜੀ 10ਵੇਂ ਪਾਤਸ਼ਾਹ ਜੀ ਦੇ ਪ੍ਰਥਾ ਇੱਥੇ ਲਿਖਿਆ ਬਈ ਫਿਰ ਆਪਣੇ ਪਲੰਘੇ ਤੇ ਜਾ ਕੇ ਬੈਠ ਗਏ ਔਰ ਸਮਾਧੀ ਵਿੱਚ ਚਲੇ ਗਏ। ਕਿੰਨਾ ਚਿਰ ਆਪਣੇ ਨਿਜ ਸਰੂਪ ਦਾ ਧਿਆਨ ਧਰ ਕੇ ਬੈਠ ਗਏ। ਜਿਹੜਾ ਮਾਤਾ ਜੀਤੋ ਜੀ ਨੂੰ ਦੱਸਿਆ ਸੀਗਾ ਇਹ ਦਰਗਾਹੀ ਸਿਮਰਨ, ਇਹੀ ਸਿਮਰਨ ਅਸੀਂ ਜੰਮਣ ਤੋਂ ਪਹਿਲਾਂ ਮਾਤਾ ਦੇ ਪੇਟ 'ਚ ਵੀ ਕਰਦੇ ਸੀਗੇ। ਬੱਚਾ ਜਿਹੜਾ ਹੈ ਨਾ ਜਦੋਂ ਮਾਤਾ ਦੇ ਉਦਰ ਵਿੱਚ ਹੁੰਦਾ ਹੈ ਉੱਥੋਂ ਦੀ ਭਿਆਨਕ ਅਗਨੀ ਤੋਂ ਇਹ ਸਿਮਰਨ ਹੀ ਬਚਾਉਂਦਾ ਹੈ। ਇਹਦੇ ਬਾਰੇ 5ਵੇਂ ਪਾਤਸ਼ਾਹ ਤੋਂ ਪਤਾ ਲੱਗਿਆ। ਕਹਿੰਦੇ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਥਾ ਲਹਿਰ ਮੈਂ, ਤਾਰੋ ਤਾਰਨ ਹਾਰੇ ਮਾਧੋ। ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ। ਇੱਥੇ ਤੇ ਉੱਥੇ ਹਰ ਥਾਂ ਤੇਰਾ ਹੀ ਆਸਰਾ ਹੈ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਹਨ ਨਿਜ ਸਰੂਪ ਨਾਲ ਜੁੜ ਗਏ, ਸਤ ਚੇਤਨ ਆਨੰਦ ਸਰੂਪ ਦੇ ਵਿੱਚ ਚਲੇ ਗਏ ਕਿਤਨਾ ਚਿਰ। देख कांत को मुख सब भांति, पई अजीतो शीतल छाती। ਔਰ ਮਾਤਾ ਜੀਤੋ ਜੀ ਨੇ ਸਤਿਗੁਰਾਂ ਦੇ ਇਹ ਬਚਨ ਸੱਤ ਕਰਕੇ ਮੰਨੇ ਕਿ ਆਪਣਾ ਪਰਿਵਾਰ ਸੱਚਖੰਡ ਵਸੇਗਾ। ਜਿੱਥੇ ਤੇਰਾ ਪਰਿਵਾਰ ਵਸੇਗਾ ਤੂੰ ਵਸੇਂਗੀ, ਉੱਥੇ ਮੈਂ ਵੀ ਵਸੂੰਗਾ। ਇਹ ਬਚਨ ਸੁਣ ਕੇ ਮਾਤਾ ਜੀਤੋ ਜੀ ਨੇ ਆਪਣੇ ਮਨ ਦਾ ਜਿਹੜਾ ਵਹਿਮ ਸੀ ਭਰਮ ਸੀ ਉਹ ਦੂਰ ਕੀਤਾ ਤੇ ਖੁਸ਼ ਹੋਏ ਜੀ। मान्यो बचन जथा फरमायो, हाथ जोड़ कर शीस निभायो। ਔਰ ਸਤਿਗੁਰਾਂ ਦਾ ਇਹ ਬਚਨ ਮਾਤਾ ਜੀਤੋ ਜੀ ਨੇ 7 ਬਚਨ ਕਹਿ ਕੇ ਮੰਨਣਾ ਕੀਤਾ ਹੈ। गई आपने थान मजारी, न किसके डिग बाहर उचारी। ਔਰ ਇਸ ਬਚਨ ਨੂੰ ਮਾਤਾ ਜੀਤੋ ਜੀ ਨੇ ਗੁਪਤ ਰੱਖ ਲਿਆ, ਰੌਲਾ ਨਹੀਂ ਪਾਇਆ ਇਸ ਵਿਸ਼ੇ ਤੇ। ਔਰ ਗੁਰੂ ਪਿਆਰਿਓ ਮਾਤਾਵਾਂ ਨੂੰ ਇਹ ਵੀ ਪਤਾ ਹੈ ਕਿ ਗੁਰੂਆਂ ਦੇ ਮੁਖ ਚੋਂ ਨਿਕਲਿਆ ਬਚਨ ਆਲਾ ਨਹੀਂ ਜਾਂਦਾਗਾ। ਗੱਲ ਕਰੀਏ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦੀ। ਕੀ ਹੋਇਆ, ਇੱਕ ਵਾਰ ਸੰਗਤ ਆਈ, ਇੱਕ ਵੇਲੇ ਲੰਗਰ ਵਰਤ ਗਿਆ, ਸਮਾਪਤ ਹੋ ਗਿਆ। ਸ਼ਾਮਾਂ ਵਾਲਾ ਲੰਗਰ ਹਲੇ ਤਿਆਰ ਨਹੀਂ ਹੋਇਆ, ਦੁਪਹਿਰ ਦਾ ਸਮਾਂ, ਸੰਗਤਾਂ ਨੂੰ ਭੁੱਖ ਲੱਗੀ ਆ। ਔਰ ਜਿਹੜੇ ਲਾਂਗਰੀ ਸਨ ਜਾਂ ਹੋਰ ਸਿੰਘ ਸਨ ਸੇਵਾਦਾਰ ਕਹਿੰਦੇ ਮਹਾਰਾਜ ਸੰਗਤ ਭੁੱਖੀ ਹੈ, ਇਹਨਾਂ ਨੂੰ ਕੀ ਛਕਾਈਏ। ਤੇ ਪਾਤਸ਼ਾਹ ਜੀ ਕਹਿਣ ਲੱਗੇ ਐਂ ਕਰੋ, ਵੀਰੋ ਦੇ ਵਿਆਹ ਦੇ ਲੱਡੂ ਬਣੇ ਪਏ ਆ, 2 ਟੋਕਰੇ ਲੱਡੂਆਂ ਦੇ ਭਰ ਲਿਆਓ ਘਰੋਂ। ਕੋਈ ਸਤਨਾਮ ਸੀ। ਤੇ 2-3 ਸਿੱਖ ਟੋਕਰੇ ਖਾਲੀ ਚੱਕ ਕੇ ਘਰੇ ਪਹੁੰਚ ਗਏ। ਅੱਗੇ ਮਾਤਾ ਜੀ ਬੈਠੇ ਆ ਜਿਨ੍ਹਾਂ ਦੀ ਪੁੱਤਰੀ ਹੈ ਬੀਬੀ ਬੀਰੋ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ 3 ਮਹਿਲ ਸਨ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਲੱਡੂ ਮੰਗੇ ਜਾ ਕੇ ਮਾਤਾ ਜੀ ਲੱਡੂ ਲੈ ਕੇ ਜਾਣੇ ਆ, ਸੰਗਤ ਭੁੱਖੀ ਹੈ। ਅੱਗੋਂ ਮਾਤਾ ਜੀ ਕਹਿੰਦੇ ਨਾ ਭਾਈ ਨਾ,
ਇਹ ਝੂਠੇ ਨਹੀਂ ਕਰਨੇ, ਪਹਿਲਾਂ ਬਰਾਤ ਨੂੰ ਛਕਾਉਣੇ ਆ। ਕਹੋ ਸਤਨਾਮ। ਵਾਹਿਗੁਰੂ। ਹੁਣ ਸਿੱਖ ਵਿਚਾਰੇ ਕੀ ਕਰਨ, ਉੱਥੋਂ ਵਾਪਸ ਆ ਗਏ ਖਾਲੀ ਹੱਥ, ਖਾਲੀ ਟੋਕਰੇ ਲੈ ਕੇ। ਪਾਤਸ਼ਾਹ ਕਹਿੰਦੇ ਲਿਆਏ ਨਹੀਂ ਲੱਡੋ। ਕਹਿਣ ਲੱਗੇ ਜੀ ਮਾਤਾ ਦਮੋਦਰੀ ਜੀ ਇੱਦਾਂ ਕਹਿੰਦੇ ਸੀ। ਕੀ ਕਹਿੰਦੇ ਸੀਗੇ? ਉਹ ਕਹਿੰਦੇ ਸੀ ਨਾ ਨਾ ਭਾਈ, ਇਹ ਪਹਿਲਾਂ ਬਰਾਤ ਨੂੰ ਖਵਾਉਣੇ ਆ, ਝੂਠੇ ਨਹੀਂ ਕਰਨੇ। ਤੇ ਹਰਗੋਬਿੰਦ ਸਾਹਿਬ ਜੀ ਸਹਿਜ ਸੁਭਾਅ ਕਹਿੰਦੇ ਜੇ ਸਾਡੀ ਸੰਗ ਤੇ ਲੱਡੂ ਨਹੀਂ ਖਾ ਸਕਦੀ, ਫਿਰ ਬਰਾਤ ਵੀ ਨਹੀਂ ਖਾ ਸਕਦੀ। ਇਹ ਤਾਂ ਮੁਗਲਾਂ ਦੇ ਪੈਰਾਂ ਹੇਠਾਂ ਹੀ ਰੋਲਣਗੇ। ਹੁਣ ਕਹੋ ਸਤਨਾਮ। ਵਾਹਿਗੁਰੂ। ਭਾਵ ਗੁਰੂ ਜਿਹੜਾ ਸਭ ਦਾ ਸਾਂਝ ਹੈ, ਉਹ ਨਾ ਆਪਣਿਆਂ ਨੂੰ ਆਪਣੇ ਤੇ ਨਾ ਬਗਾਨਿਆਂ ਨੂੰ ਬਗਾਨੇ ਸਮਝਦਾ, ਉਹ ਸਭ ਦਾ ਮਾਲਕ ਹੈ। ਇਸ ਕਰਕੇ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਪਰ ਸਤਿਗੁਰਾਂ ਨੇ ਇਹ ਬਚਨ ਸਹਿਜ ਸੁਭਾਅ ਜਿਹੜੇ ਕੀਤੇ ਉਹ ਫਿਰ ਪੂਰੇ ਹੋਏ। ਬੀਬੀ ਬੀੜੋ ਦੇ ਵਿਆਹ ਦੇ ਵਿੱਚ ਹੀ ਪਹਿਲਾ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਮੁਗਲਾਂ ਨੇ ਗੁਰੂ ਪਿਆਰੋ ਸ਼ਾਹਜਹਾਂ ਨੇ ਭੇਜੇ ਹੋਏ ਆਪਣੇ ਸਿਪਾਹੀਆਂ ਦੇ ਰਾਹੀਂ ਹਮਲਾ ਕੀਤਾ। ਕਾਹਦੇ ਪਿੱਛੇ? ਜਿਹੜਾ ਸਤਿਗੁਰਾਂ ਨੇ ਬਾਜ ਫੜ ਲਿਆ ਸੀ ਉਹਨਾਂ ਦਾ। ਪਹਿਲੀ ਲੜਾਈ ਬਾਜ ਪਿੱਛੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਈ। ਤੇ ਉਸ ਵੇਲੇ ਫਿਰ ਸਾਰੇ ਪਰਿਵਾਰ ਨੂੰ ਗੁਰੂ ਪਿਆਰਿਓ ਅੰਮ੍ਰਿਤਸਰ ਛੱਡ ਕੇ ਉੱਥੋਂ ਜਾਣਾ ਪਿਆ ਸੀਗਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਅੱਜ ਮਾਤਾ ਜੀਤੋ ਜੀ ਨੇ 7 ਬਚਨ ਕਰਕੇ ਮੰਨੇ। ਠੀਕ ਹੈ ਮਹਾਰਾਜ, ਜਿਵੇਂ ਤੁਹਾਡਾ ਹੁਕਮ ਹੈ, ਤੁਹਾਡੀ ਰਜਾ ਵਿੱਚ ਹੀ ਰਾਜੀ ਹਾਂ। ਗਏ ਆਪਨੇ ਥਾਨ ਮਜਾਰੀ, ਨੈ ਕਿਸਕੇ ਡਿਗ ਬਾਹਰ ਉਚਾਰੀ। ਇਹੋ ਮਾਤਾ ਜੀਤੋ ਜੀ ਨੇ ਇਹ ਬਚਨ ਕਿਸੇ ਦੇ ਨਾਲ ਸਾਂਝਾ ਵੀ ਨਹੀਂ ਕੀਤਾ ਕਿ ਅੱਜ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਬਾਰੇ ਮੈਨੂੰ ਕੀ ਕਿਹਾ ਹੈ। ਪਤਿ ਆਸ਼ੇ ਲੱਖ ਹਿਰਦੇ ਛਪਾਇਓ, ਰਹਿ ਅਨੁਸਾਰ ਤਥਾ ਮਨ ਪਾਇਓ। ਆਪਣੇ ਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸ਼ਾ ਜਿਹੜਾ ਹੈ ਆਪਣੇ ਹਿਰਦੇ ਵਿੱਚ ਰੱਖ ਲਿਆ ਹੈ, ਔਰ ਪਤੀ ਦੇ ਅਨੁਸਾਰ ਚੱਲਣ ਵਾਲੇ ਮਾਤਾ ਜੀਤੋ ਜੀ ਆਪਣੇ ਮਹਿਲ ਵਿੱਚ ਭਾਵ ਆਪਣੇ ਪਲੰਗੇ ਤੇ ਚਲੇ ਗਏ ਜੇ। ਸਤਿਗੁਰ ਕੇ ਚਰਿਤ੍ਰ ਵਿਸਾਲੇ, ਸੁਨ ਸਰੋਤਾ ਹੱਥ ਕਲਮਲ ਕਾਲੇ। ਤੋ ਸਰੋਤਾ ਜਣੋ ਗੁਰੂ ਪਿਆਰਿਓ, ਇਹ ਸਤਿਗੁਰਾਂ ਦੇ ਜਿਹੜੇ ਚਰਿੱਤਰ ਹੈ ਨਾ ਵਿਸਾਲੇ, ਬੜੇ ਮਹਾਨ ਹਨ, ਬੜੇ ਵਿਸ਼ਾਲ ਹਨ, ਜਿਨ੍ਹਾਂ ਨੂੰ ਸੁਣ ਕੇ ਸਾਡੇ ਕਲਮਲ ਪਾਪਾਂ ਦਾ ਖਾਤਮਾ ਹੁੰਦਾ ਹੈ। ਭਾਵ ਸੰਤੋਖ ਸਿੰਘ ਕਰ ਬੰਦਨ, ਬੰਦਨ ਕਰੋ ਚਰਨ ਅਰ ਬੰਦਨ। ਭਾਈ ਸੰਤੋਖ ਸਿੰਘ ਜੀ ਕਵੀ ਕਥਾ ਸੁਣਾਉਂਦੇ ਹੋਏ ਪਹਿਲਾਂ ਲਿਖਿਆ ਕਰਦੇ ਸੁਬਾ ਸੁਬਾ, ਫਿਰ ਸ਼ਾਮਾਂ ਨੂੰ ਦੀਵਾਨ ਵਿੱਚ ਸੁਣਾਇਆ ਵੀ ਕਰਦੇ ਕਿ ਅੱਜ ਮੈਂ ਆਹ ਲਿਖਿਆ ਭਾਈ, ਔਰ ਸੰਗਤਾਂ ਸੁਣ ਕੇ ਉਸ ਨੂੰ ਗੁਰੂ ਪਿਆਰਿਓ ਅਲਾਹਾ ਲੈਂਦੀਆਂ। ਸੰਤੋਖ ਸਿੰਘ ਜੀ ਕਵੀ ਕਹਿੰਦੇ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ ਮੈਂ ਬੰਦਨ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਸਤਿਗੁਰ ਕੇ ਚਰਿਤ੍ਰ ਵਿਸਾਲੇ, ਸੁਨ ਸਰੋਤਾ ਹੱਥ ਕਲਮਲ ਕਾਲੇ। ਇਸ ਤਰ੍ਹਾਂ ਗੁਰੂ ਦੇ ਚਿੱਤਰ ਸੁਣ ਕੇ ਸਾਡੇ ਪਾਪਾਂ ਦਾ ਖਾਤਮਾ ਹੁੰਦਾ ਹੈ। ਦੋਹਰਾ ਇੱਕ ਬਾਰ ਸ਼੍ਰੀ ਸਤਿਗੁਰੂ ਬੈਠੇ ਆਪਣੇ ਭਾਏ। ਅਗਲਾ ਅਧਿਆਇਆ 10ਵਾਂ ਆਰੰਭ ਹੁੰਦਾ ਹੈ। ਅਗਲੀ ਕਥਾ ਚੱਲਦੀ ਹੈ। ਇੱਕ ਦਿਨ ਦੀ ਗੱਲ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਮੌਜ ਵਿੱਚ ਬੈਠੇ ਸਨ। ਕਥਾ ਭਈ ਤੈ ਪਾਂਡਵਨ, ਪੰਡਤ ਭਾਰਤ ਆਏ। ਉਸ ਵੇਲੇ ਗੁਰੂ ਪਿਆਰਿਓ ਸਤਿਗੁਰਾਂ ਦੇ ਕੋਲ ਇੱਕ ਪੰਡਤ ਨੇ ਆ ਕੇ ਮਹਾਭਾਰਤ ਵਿੱਚੋਂ ਪਾਂਡਵਾਂ ਦੀ ਕਥਾ ਸੁਣਾਈ। ਤੈ ਪਾਛੇ ਚਰਚਾ ਪਈ, ਮਰਿਓ ਨਾ ਆਵੇ ਕੋਏ। ਔਰ ਉਸ ਤੋਂ ਬਾਅਦ ਇਹ ਗੱਲਬਾਤ ਚੱਲੀ ਹੈ। ਕਥਾ ਸੁਣਨ ਤੋਂ ਬਾਅਦ ਕਹਿਣ ਲੱਗੇ, ਉੱਥੇ ਚਰਚਾ ਹੋਈ, ਗੱਲਬਾਤ ਹੋਈ ਵੀ ਜਿਹੜਾ ਮਰ ਗਿਆ ਫੇਰ ਨਹੀਂ ਆਉਂਦਾ ਜੀ। ਕਿਆ ਜਾਣੇ ਕਿਆ ਹੋਏ ਤੈ ਹੈ ਵੈ ਨਹੀਂ ਹੋਏ। ਪਤਾ ਨਹੀਂ ਗਾਹਾਂ ਕੀ ਹੁੰਦਾ ਕਿ ਨਹੀਂ ਹੁੰਦਾ। ਤਬ ਬੋਲੇ ਨੰਦ ਲਾਲ ਜੀ, ਕਰਨੀ ਕਮਲ ਜਮਾਲ। ਉਸ ਵੇਲੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਿੱਚ ਬੈਠੇ ਸੁਣ ਰਹੇ ਸਨ, ਜਿਨ੍ਹਾਂ ਨੇ ਗੁਰੂ ਪਿਆਰਿਓ ਉਸ ਵੇਲੇ ਕਮਲ ਦੀ ਨਿਆਈ ਖਿੜੇ ਹੋਏ ਚਿਹਰੇ ਦੇ ਨਾਲ ਬਚਨ ਕੀਤੇ ਹਨ। ਕੀ ਕਹਿੰਦੇ? ਸਿੱਖ ਸਿਦਕ ਗੁਰਮੁਖ ਬੜੇ, ਤਿਨ ਕੋ ਭਲੋ ਹਵਾਲ। ਕਹਿਣ ਲੱਗੇ ਨਹੀਂ ਨਹੀਂ ਭਾਈ ਐਸੀ ਗੱਲ ਨਹੀਂ ਹੈ। ਗੁਰੂ ਕੇ ਸਿੱਖ ਜਿਹੜੇ ਹਨ ਵੱਡੇ ਭਾਗਾਂ ਵਾਲੇ ਪਰਲੋਕ ਦੇ ਵਿੱਚ ਜਾਂਦੇ ਹਨ। ਸੈਨਾਪਤ ਕਵਤਾ ਕਹੈ, ਗੁਰੂ ਦਰਸ਼ਨ ਤੇ ਪਾਰ। ਔਰ ਭਾਈ ਸੈਨਾਪਤੀ ਇਹ ਵੀ ਕਵਿਤਾ ਬਣਾਉਂਦਾ ਹੈ। ਸਤਿਗੁਰਾਂ ਦੀ ਸਭਾ ਵਿੱਚ ਕਵੀ ਬੈਠੇ ਆ, ਕਵੀਆਂ ਨੇ ਗੱਲਾਂ ਬਾਤਾਂ ਚਲਾ ਲਈਆਂ। ਸੈਨਾਪਤੀ ਕਵੀ ਨੇ ਕਵਿਤਾ ਬਣਾਈ ਹੈ ਕਿ ਨਹੀਂ,
ਜਦ ਗੁਰੂ ਦੇ ਦਰਸ਼ਨ ਕਰਕੇ ਕੋਈ ਜੀਵ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਜਾਂਦਾ ਹੈ ਜੀ। ਕਰੇ ਭਲੀ ਵਾ ਬੁਰੀ ਨਿਤ ਸਤਿਗੁਰ ਲੈ ਸਵਾਰ। ਔਰ ਸਿੱਖ ਦੇ ਕੀਤੇ ਹੋਏ ਪਿਛਲੇ ਮਾੜੇ ਕਰਮਾਂ ਦਾ ਖਾਤਮਾ ਕਰਕੇ ਉਹ ਸਿੱਖ ਨੂੰ ਆਪ ਸੰਭਾਲ ਲੈਂਦਾ ਹੈ ਜੀ। ਉਦੇ ਰਾਏ ਕਵਿਓ ਕਹੈ ਜੈਸੀ ਕਾਹੂ ਕਾਲ। ਭਾਈ ਉਦੇ ਰਾਏ ਕਵੀ ਕਹਿਣ ਲੱਗਿਆ ਹੋ ਭਾਈ ਜਿਹੋ ਜੀ ਕੋਈ ਘਾਲਣਾ ਕਰਦਾ ਕਰਮ ਕਰਦਾ ਉਹਨਾਂ ਦਾ ਫਲ ਭੁਗਤਣਾ ਪੈਂਦਾ ਜੀ। ਐਸਾ ਫਲ ਦਰਮ ਹੋਏਗਾ ਜੈਸਾ ਬੀਜ ਵਿਸਾਲ। ਆ ਦੇਖੋ ਨਾ ਆਪਾਂ ਦਰਖਤ ਲਾਉਣੇ ਹਾਂ ਤੇ ਥੱਲੇ ਜਿਹੜਾ ਬੀਜ ਬੀਜਿਆ ਉਸੇ ਦਾ ਹੀ ਦਰਖਤ ਪੈਦਾ ਹੁੰਦਾ ਹੈ ਨਾ। ਇਹ ਤਾਂ ਨਹੀਂ ਕਿ ਅਸੀਂ ਬੀਜ ਕੋਈ ਹੋਰ ਬੀਜੀਏ ਤੇ ਦਰਖਤ ਕੋਈ ਹੋਰ ਉੱਗਰ ਆਵੇ। ਰਾਵਲ ਬੋਲੇ ਜੀਵ ਕੋ ਈਸ਼ਰ ਅੰਸ਼ ਨਿਹਾਰ। ਕਹਿਣ ਲੱਗੇ ਰਾਵਲ ਨਾਮ ਦਾ ਵੀ ਕਵੀ ਹੈ ਇੱਕ, ਕਹਿੰਦੇ ਜੀਵ ਪਰਮੇਸ਼ਰ ਦੀ ਅੰਸ਼ ਹੈ। ਨਹੀਂ ਦੰਡ ਆਪਣੀ ਸੁਰਤ ਵਿਚਰੇ ਲੋਭ ਪਸਾਰਾ। ਇਹ ਮਨੁੱਖ ਜਿਹੜਾ ਹੈ ਇਸ ਨੂੰ ਆਪਣੀ ਹੋਸ਼ ਭੁੱਲ ਗਈ ਹੈ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ, ਬਸ ਇਹੀ ਭੁੱਲਿਆ ਹੈ। ਤੇ ਗੁਰੂ ਦਾ ਗਿਆਨ ਹੈ ਜਿਹੜਾ ਸਾਨੂੰ ਇਹੀ ਦੁਬਾਰਾ ਯਾਦ ਕਰਾਉਣ ਵਾਸਤੇ ਹੀ ਸਭ ਕੁਝ ਹੁੰਦਾ ਹੈ। ਗੁਰਬਾਣੀ ਚੱਲਦੀ, ਪਾਠ ਸਹਿਜ ਪਾਠ, ਖੰਡ ਪਾਠ, ਬਾਰ-ਬਾਰ ਬਾਣੀ ਨੂੰ ਰਿਪੀਟ ਕਰਨ ਦਾ ਮਕਸਦ ਹੈ ਕਿ ਬੰਦੇ ਨੂੰ ਆਪਣੀ ਸਮਝ ਆ ਜਾਵੇ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ। ਬੰਦੇ ਨੂੰ ਆਪਣੀ ਅਸਲੀਅਤ ਭੁੱਲ ਗਈ ਹੈ, ਲੋਭ ਲਾਲਚ ਦੇ ਪਸਾਰੇ ਵਿੱਚ ਫਸ ਗਿਆ ਹੈ। ਇਸੇ ਕਰਕੇ ਦੰਡ ਕਰਮਾਂ ਦੇ ਫਲ ਨੂੰ ਭੋਗਦਾ ਹੈ। ਅੱਲੂ ਬੋਲੇ ਦਹ ਜੜ ਪੰਜ ਤਤ ਛੁਟ ਜਾਹੇ। ਤਾਂ ਅੱਲੂ ਨਾਮ ਦਾ ਇੱਕ ਹੋਰ ਕਵੀ ਹੈ, ਇਹ ਵੀ ਆਪਣੀ ਕਵਿਤਾ ਰਾਹੀਂ ਕੁਝ ਕਹਿੰਦਾ ਹੈ। ਕਈ ਕਵੀਆਂ ਨੇ ਫਿਰ ਇਸ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਹੈ। ਰਹਿੰਦੇ ਕਵੀਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग दारा आधार। हे ठाकुर हों दास रो निर्गुण गुण नहीं कोई। नानक दीजै नाम दान राखो ही परोए। आए प्रभ शरणागति कृपा निध दयाल। एक अखर हर मन बसत नानक होत निहाल। एक अंकारा सतगुरु प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह।